हाँ जी बेटा स्वागत है तुहाडा सारिਆਂ ਦਾ ਆਪਣੇ YouTube ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬੇਟਾ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਮਾਈਕਰੋ ਟੀਚਿੰਗ ਐਂਡ ਟੀਚਿੰਗ ਸਕਿੱਲਸ ਮਾਈਕਰੋ ਸਕਿੱਲਸ ਆ ਜਾਂਦੀਆਂ ਨੇ ਜਿਹੜੀਆਂ ਆਪਾਂ ਉਹ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇਹ ਬੇਸਿਕਲੀ ਬੀਐਡ 3rd ਸੈਮੈਸਟਰ ਤੇ ਬੀਏ ਬੀਐਡ 7th ਸੈਮੈਸਟਰ ਜਿਹੜਾ ਹੋ ਜਾਂਦਾ ਹੈ ਉਹਦੇ ਵਿੱਚ ਉਹਨਾਂ ਦਾ ਜਿਹੜਾ ਇੰਟਰਨਸ਼ਿਪ ਪ੍ਰੋਗਰਾਮ ਹੈ ਉਹ ਸ਼ੁਰੂ ਹੋਣ ਤੋਂ ਪਹਿਲਾਂ ਕਾਲਜ ਦੇ ਵਿੱਚ ਜਿਹੜੀਆਂ ਕਲਾਸਿਸ ਲਗਾਈਆਂ ਜਾਂਦੀਆਂ ਨੇ ਉੱਥੇ ਬੱਚਿਆਂ ਨੂੰ ਮਾਈਕਰੋ ਟੀਚਿੰਗ ਤੇ ਟੀਚਿੰਗ ਸਕਿੱਲਸ ਸਿਖਾਈਆਂ ਜਾਂਦੀਆਂ ਨੇ ਉਹਦੀ ਨੌਲੇਜ ਦਿੱਤੀ ਜਾਂਦੀ ਹੈ ਕਿ ਪ੍ਰੈਕਟਿਸ ਕਰਵਾਈਆਂ ਜਾਂਦੀਆਂ ਨੇ ਆਪਾਂ ਸਕਿੱਲਸ ਦੀ ਗੱਲ ਕਰੀਏ ਅੱਜ ਆਪਾਂ ਕੋਈ ਕਨਸੈਪਟ ਡਿਸਕਸ ਕਰਾਂਗੇ ਕਿ ਮਾਈਕਰੋ ਟੀਚਿੰਗ ਹੁੰਦੀ ਕੀ ਹੈ ਤੇ ਕਿਹੜੀਆਂ ਸਕਿੱਲਸ ਆ ਜਾਂਦੀਆਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇਗੀਆਂ ਇੱਕ ਵਧੀਆ ਟੀਚਿੰਗ ਦੇ ਵਿੱਚ ਠੀਕ ਹੈ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਲੈਕਚਰ मैं गुजारिश करती हाँ जिन्होंने चैनल को हले तक सबसक्राइब नहीं किया कृपा करके चैनल को सबसक्राइब जरूर कर लो ताकि हर आने वाली अपडेट तुहाडे तक समय टू समय सिर पहुँचती रहे हाँ जी सब तो पहला देखो एक फेमस सेइंग है आई हेयर आई फॉरगेट आई सी आई रिमेंबर आई डू आई अंडरस्टैंड जिहड़ी चीज़ तुसीं खुद तो करोगे खुद तो करके सीखते हैं आपां वो आपां नूं हमेशा याद रहिंदी है ना इसीलिए कहंदे भी प्रैक्टिस मेक्स द मैन परफेक्ट है ना भी ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਪੜ੍ਹਾਉਣ ਲਈ ਵੀ ਤੁਸੀਂ ਇੱਕ ਵਧੀਆ ਟੀਚਰ ਬਣਨਾ ਤੇ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਖੁਦ ਬ ਖੁਦ ਤੁਸੀਂ ਇੱਕ ਨਵੀਂ ਤੋਂ ਨਵੀਂ ਸਕਿੱਲ ਰੋਜ਼ ਸਿੱਖੋਗੇ ਕੋਈ ਫਿਕਸ ਪੈਟਰਨ ਨਹੀਂ ਹੋ ਸਕਦਾ ਇਸ ਚੀਜ਼ ਦਾ ਟੀਚਿੰਗ ਆਪਦੇ ਆਪ 'ਚ ਇੱਕ ਬਹੁਤ ਵੱਡੀ ਸਕਿੱਲ ਹੈ ਹਨਾ ਸ਼ੁਰੂ ਕਰਦੇ ਆਪਾਂ ਮਾਈਕਰੋ ਟੀਚਿੰਗ ਤੋਂ ਮਾਈਕਰੋ ਟੀਚਿੰਗ ਟੂ ਵਰਡਸ ਆ ਗਏ ਮਾਈਕਰੋ ਪਲੱਸ ਟੀਚਿੰਗ ਬੇਸ਼ੱਕ ਤੁਸੀਂ ਇਹ ਮੈਨੂੰ ਲੱਗਦਾ ਬੀਐਡ 2nd ਸਮੈਸਟਰ ਜਾਂ ਬੀਏ ਬੀਐਡ 4th 5th 'ਚ ਵੀ ਪੜ੍ਹਿਆ ਹੋਊਗਾ ਟੀਚਿੰਗਸ ਦੇ ਵਿੱਚ ਇਹ ਆ ਜਾਂਦਾ ਹੁੰਦਾ ਇਹ ਕਨਸੈਪਟ ਮਾਈਕਰੋ ਟੀਚਿੰਗ ਚਲੋ ਆਪਾਂ ਇੱਕ ਵਾਰੀ ਰਿਮਾਈਂਡ ਕਰ ਲੈਂਦੇ ਹਾਂ ਮਾਈਕਰੋ ਟੀਚਿੰਗ ਹੁੰਦਾ ਜਦੋਂ ਆਪਾਂ ਸਕਿੱਲ ਡਾਊਨ ਕਰ ਦਿੰਦੇ ਹਾਂ ਟੀਚਿੰਗ ਨੂੰ ਮਤਲਬ ਛੋਟੇ ਲੈਵਲ ਤੇ ਪੜ੍ਹਾਉਣਾ ਜੇ ਆਪਾਂ ਇੱਕ ਸਿੰਪਲ ਜਿਹੀ ਵਰਡਿੰਗ ਕਹੀਏ ਥੋੜੇ ਬੱਚਿਆਂ ਨੂੰ ਇੱਕ ਟੌਪਿਕ ਨੂੰ ਘੱਟ ਸਮੇਂ ਲਈ ਪੜ੍ਹਾਉਣਾ ਉਹ ਆ ਜਾਂਦੀ ਹੈ ਮਾਈਕਰੋ ਟੀਚਿੰਗ ਤੇ ਜਿਹੜਾ ਬੇਟਾ ਇਹ ਕਨਸੈਪਟ ਸੀਗਾ ਇਹ ਐਲਨ ਵੱਲੋਂ ਦਿੱਤਾ ਗਿਆ ਸੀ ਆ ਕੁਝ ਉਹਦੀਆਂ ਡੈਫੀਨੇਸ਼ਨਸ ਨੇ ਜਿਵੇਂ ਮਾਈਕਰੋ ਟੀਚਿੰਗ ਇਜ਼ ਅ ਸਕੇਲਡ ਡਾਊਨ ਟੀਚਿੰਗ ਐਨਕਾਊਂਟਰਿੰਗ ਕਲਾਸ ਸਾਈਜ਼ ਐਂਡ ਟਾਈਮ ਔਰ ਮਿਨੀਟਰਾਈਜ਼ਡ ਕਲਾਸਰੂਮ ਟੀਚਿੰਗ ਠੀਕ ਹੈ ਮਤਲਬ ਕਲਾਸ ਦਾ ਸਾਈਜ਼ ਵੀ ਛੋਟਾ ਕਰ ਦਿੰਦੇ ਆ ਆਪਾਂ ਟਾਈਮ ਵੀ ਘਟਾ ਦਿੰਦੇ ਆਂਗੇ ਇੱਕ ਪਾਰਟਿਕੂਲਰ ਟੌਪਿਕ ਵੀ ਲੈ ਲੈਂਦੇ ਆਂਗੇ ਇਹਦੇ 'ਚ ਬੇਸਿਕਲੀ 5 ਤੋਂ 10 ਮਿੰਟ ਦਾ ਇਹ ਹੁੰਦਾ ਤੇ 5 ਤੋਂ 10 ਹੀ ਜਿਹੜੇ ਕਿ ਨੇ ਪੂਪਲਸ ਬੈਠੇ ਹੁੰਦੇ ਆ ਕਲਾਸ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਪੜ੍ਹਾਉਣਾ ਹੁੰਦਾ ਜਿੱਥੇ ਤੁਸੀਂ ਪ੍ਰੈਕਟਿਸ ਕਰਨੀ ਹੁੰਦੀ ਹੈ ਠੀਕ ਹੈ ਡਬਲਿਊ ਰਾਈਟ ਐਲਨ ਸੀ ਜਿਨ੍ਹਾਂ ਫਸਟ ਟਾਈਮ ਮਾਈਕਰੋ ਟੀਚਿੰਗ ਦਾ ਕਨਸੈਪਟ ਦਿੱਤਾ ਸੀ ਉਸ ਤੋਂ ਬਾਅਦ ਇਹਦਾ ਇੱਕ ਸਾਈਕਲ ਆ ਜਾਂਦਾ ਬੇਟਾ ਜਿਵੇਂ ਫਸਟ ਆ ਗਿਆ ਪਲਾਨ ਤੁਸੀਂ ਪਲਾਨ ਕਰੋਗੇ ਤੁਸੀਂ ਪੜ੍ਹਾਉਣਾ ਕੀ ਹੈ ਸਾਰਾ ਇੱਕ ਲੈਸਨ ਪਲੈਨਿੰਗ ਤੁਸੀਂ ਕਰ ਲਓਗੇ ਯੂਨਿਟ ਪਲੈਨਿੰਗ ਕਹਿ ਸਕਦੇ ਆਪਾਂ ਇੱਕ ਟੌਪਿਕ ਪਲੈਨਿੰਗ ਕਹਿ ਸਕਦੇ ਹਾਂ ਫਿਰ ਉਸ ਤੋਂ ਬਾਅਦ ਤੁਸੀਂ ਟੀਚ ਕਰੋਗੇ ਉਹਨੂੰ ਕਲਾਸ ਦੇ ਵਿੱਚ ਆਪਦੇ ਪੀਅਰ ਗਰੁੱਪ ਨੂੰ ਹੀ ਫਿਰ ਫੀਡਬੈਕ ਲਓਗੇ ਤੁਸੀਂ ਜੋ ਤੁਹਾਨੂੰ ਓਬਜ਼ਰਵ ਕਰ ਰਿਹਾ ਹੋਊਗਾ ਜੇ ਉਹਨੂੰ ਕੋਈ ਕਮੀਆਂ ਲੱਗਦੀਆਂ ਨੇ ਉਹ ਤੁਹਾਨੂੰ ਰੇਟਿੰਗ ਕਰੂਗਾ ਕੰਪੋਨੈਂਟਸ ਤੇ ਉਹ ਆਪਾਂ ਅੱਗੇ ਡਿਸਕਸ ਕਰਾਂਗੇ ਕਿ ਕੰਪੋਨੈਂਟਸ ਕੀ ਚੀਜ਼ ਹੈ ਹੁਣ ਫੀਡਬੈਕ ਤੋਂ ਬਾਅਦ ਰੀਪਲਾਨ ਕਰੋਗੇ ਕਿੱਥੇ ਕਮੀ ਸੀ ਫਿਰ ਰੀਟੀਚ ਕਰੋਗੇ ਫਿਰ ਰੀਫੀਡਬੈਕ ਕਰੋਗੇ ਇਹ ਸਾਈਕਲ ਹੈ ਜਿਹੜਾ ਇਦਾਂ ਹੀ ਚੱਲਦਾ ਰਹਿੰਦਾ ਜਦੋਂ ਤੱਕ ਤੁਸੀਂ ਪਰਫੈਕਟਨੈਸ ਤੇ ਨਹੀਂ ਆ ਜਾਂਦੇ ਠੀਕ ਹੈ ਨੈਕਸਟ ਆ ਗਿਆ ਮਾਈਕਰੋ ਟੀਚਿੰਗ ਸਾਈਕਲ ਆ ਗਿਆ ਹੁਣ ਜਿਵੇਂ ਉਹ ਜਿਹੜਾ ਆਪਾਂ ਪੜਿਆ ਪਲਾਨ ਜਿਹੜਾ ਆ ਗਿਆ ਜਿਹਦੇ ਵਿੱਚ ਤੁਸੀਂ ਸਿਲੈਕਸ਼ਨ ਆਫ ਦਾ ਟੌਪਿਕ ਆ ਜਾਊਗਾ ਕਿਸ ਤਰ੍ਹਾਂ ਦਾ ਕੰਟੈਂਟ ਤੁਸੀਂ ਲੈਣਾਗਾ ਤੁਹਾਡੀ ਆਡੀਅנס ਕਿਵੇਂ ਦੀ ਆ ਉਸ ਅਕੋਰਡਿੰਗ ਤੁਸੀਂ ਕੰਟੈਂਟ ਲਓਗੇ ਫਿਰ ਟੀਚ ਕਰੋਗੇ ਟੀਚਿੰਗ ਲਈ ਆਪਦੀ ਹਰ ਇੱਕ ਦੀ ਸਕਿੱਲ ਹੁੰਦੀ ਆ ਆਪਦਾ ਵੇ ਹੁੰਦਾ ਹੈਗਾ ਟੀਚ ਕਰਨ ਦਾ ਫਿਰ ਉਸ ਤੋਂ ਬਾਅਦ ਫੀਡਬੈਕ ਤੁਸੀਂ ਟੀਚਰ ਟ੍ਰੇਨਿੰਗ ਤੋਂ ਲਓਗੇ ਫਿਰ ਤੁਸੀਂ ਰੀਪਲਾਨ ਕਰੋਗੇ ਰੀਟੀਚ ਕਰੋਗੇ ਰੀਫੀਡਬੈਕ ਕਰੋਗੇ ਠੀਕ ਹੈ ਰੀਫੀਡਬੈਕ ਲਓਗੇ ਇਹ ਤੁਹਾਡਾ ਇੱਕ ਪ੍ਰੋਪਰ ਮਾਈਕਰੋ ਟੀਚਿੰਗ ਦਾ ਸਾਈਕਲ ਆ ਜਾਂਦਾ ਉਸ ਤੋਂ ਬਾਅਦ ਆ ਗਿਆ ਟੀਚਿੰਗ ਸਕਿੱਲਸ ਮਾਈਕਰੋ ਟੀਚਿੰਗ ਸਕਿੱਲਸ ਵੈਸੇ ਬੇਸਿਕਲੀ ਬੇਟਾ ਇੱਥੇ 6 ਦਿੱਤੀਆਂ ਹੋਈਆਂ ਨੇਗੀਆਂ 6 ਤੋਂ ਜ਼ਿਆਦਾ ਵੀ ਹੁੰਦੀਆਂ ਨੇਗੀਆਂ ਜਿਵੇਂ ਪਹਿਲੀ ਹੈ ਇੰਟਰੋਡਕਸ਼ਨ ਸਕਿੱਲ ਆਫ ਐਕਸਪਲੇਨੇਸ਼ਨ ਸਕਿੱਲ ਆਫ ਪ੍ਰੋਬਿੰਗ ਕੁਐਸਚਨਸ ਸਕਿੱਲ ਆਫ ਸਟਿਮੂਲਸ ਵੇਰੀਏਸ਼ਨ ਸਕਿੱਲ ਆਫ ਯੂਜ਼ਿੰਗ ਏਡਸ ਸਕਿੱਲ ਆਫ ਕਲੋਜ਼ਰ ਹਨਾ ਇੱਥੇ ਇੱਕ ਸਕਿੱਲ ਆਫ ਰੀਇਨਫੋਰਸਮੈਂਟ ਉਹ ਵੀ ਰਹਿ ਗਈ ਇੱਕ ਸਕਿੱਲ ਆਫ ਬਲੈਕ ਬੋਰਡ ਹੈ ਉਹ ਵੀ ਰਹਿ ਗਈ ਹਨਾ ਉਹ ਦੋ ਬੇਸਿਕਲੀ ਯੂਜ਼ ਹੁੰਦੀਆਂ ਨੇਗੀਆਂ ਜਿਹੜੀ 6ਵੇਂ ਵਾਲੀ ਹੈ ਸਕਿੱਲ ਆਫ ਕਲੋਜ਼ਰ ਇਹ ਨਹੀਂ ਹੈਗੀ ਤੁਹਾਡੇ ਪਾਰਟ ਦੇ ਵਿੱਚ ਉਹ ਦੋ ਨੂੰ ਆਪਾਂ 5th ਤੇ 6th ਨੂੰ ਆਪਾਂ ਵੈਸੇ ਡਿਸਕਸ ਕਰ ਲਾਂਗੇ ਇਹਨਾਂ ਨੂੰ ਆਪਾਂ ਹੁਣ ਡਿਟੇਲ 'ਚ ਡਿਸਕਸ ਕਰਦੇ ਹਾਂ ਜਿਵੇਂ ਫਸਟ ਆ ਗਈ ਸੌਰੀ ਉਸ ਤੋਂ ਪਹਿਲਾਂ ਆਪਾਂ ਫੇਜ਼ਸ ਆਫ ਮਾਈਕਰੋ ਟੀਚਿੰਗ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ 3 ਫੇਜ਼ ਆ ਜਾਂਦੇ ਆਪਣੇ ਨੌਲੇਜ ਐਕੁਜੀਸ਼ਨ ਫੇਜ਼ ਸਕਿੱਲ ਐਕੁਜੀਸ਼ਨ ਫੇਜ਼ ਤੇ ਟ੍ਰਾਂਸਫਰ ਫੇਜ਼ ਨੌਲੇਜ ਐਕੁਜੀਸ਼ਨ ਫੇਜ਼ ਜਿਹੜਾ ਤੁਸੀਂ ਲੰਘ ਆਏ ਹੋ ਤੁਸੀਂ
ਨੌਲੇਜ ਲੈ ਆਏ ਹੋ। ਜਿਵੇਂ ਬੀਐਡ ਦੀ ਗੱਲ ਕਰੀਏ ਤਾਂ ਪਹਿਲੇ 2 ਸਮੈਸਟਰ ਦੇ ਵਿੱਚ ਤੁਸੀਂ ਸਾਨੂੰ ਓਬਜ਼ਰਵ ਕੀਤਾ, ਐਨਾਲਾਈਜ਼ ਕੀਤਾ। ਜੇ ਉਸ ਤੋਂ ਪਹਿਲਾਂ ਜਿਵੇਂ ਹੁਣ ਤੁਸੀਂ ਆਓਗੇ ਤਾਂ ਹੋ ਸਕਦਾ ਤੁਹਾਡੇ ਟੀਚਰ ਹੋਣਗੇ ਜਿਹੜੇ ਜਦੋਂ ਤੁਸੀਂ ਕਲਾਸਿਸ ਦੇ ਵਿੱਚ ਜਾਓਗੇ ਤੁਹਾਨੂੰ ਇੱਕ ਮਤਲਬ ਸਕਿੱਲ ਪ੍ਰੈਜੈਂਟ ਕਰਕੇ ਦਿਖਾਉਣ, ਉਹ ਓਬਜ਼ਰਵਰ ਫੇਸ ਹੋਊਗਾ। ਸਕਿੱਲ ਐਕੁਜੀਸ਼ਨ ਫੇਸ ਚੱਲ ਜੂਗਾ ਜਦੋਂ ਬੱਚੇ ਖੁਦ ਮਾਈਕਰੋ ਲੈਸਨ ਪ੍ਰਪੇਅਰ ਕਰਦੇ ਨੇ, ਪ੍ਰੈਕਟਿਸ ਕਰਦੇ ਨੇ ਤੇ ਆਪਦੀ ਜਿਹੜੀ ਫੀਡਬੈਕ ਲੈਂਦੇ ਨੇ, ਜਿਹਨੂੰ ਆਪਾਂ ਮਾਈਕਰੋ ਸਾਈਕਲ ਕਿਹਾ ਸੀ। ਟ੍ਰਾਂਸਫਰ ਫੇਸ ਆਊ ਜਦੋਂ ਤੁਸੀਂ ਟੀਪੀ ਤੇ ਚਲੇ ਜਾਂਦੇ ਹੋ, ਜਦੋਂ ਉੱਥੇ ਜਾ ਕੇ ਤੁਸੀਂ ਰੀਅਲ ਟੀਚਿੰਗ ਕਰਦੇ ਹੋ, ਐਕਚੁਅਲ ਚ ਟੀਚਿੰਗ ਕਰਦੇ ਹੋ। ਮਤਲਬ ਇਹ 3 ਫੇਸ ਨੇਗੇ, ਨੌਲੇਜ ਐਕੁਜੀਸ਼ਨ ਫੇਸ, ਸਕਿੱਲ ਐਕੁਜੀਸ਼ਨ ਫੇਸ ਤੇ ਟ੍ਰਾਂਸਫਰ ਫੇਸ। ਇਹ ਤੁਹਾਡੇ ਮਾਈਂਡ 'ਚ ਹੋਣੇ ਜ਼ਰੂਰੀ ਨੇਗੇ। ਤੇ ਇੱਕ ਗੱਲ ਹੋਰ ਬੇਟਾ, ਜਿਹੜਾ ਇਹ ਕਨਸੈਪਟ ਹੈ ਨਾ ਮਾਈਕਰੋ ਟੀਚਿੰਗ ਦਾ, ਤੁਸੀਂ ਹੁਣ ਸੀਟੈਟ ਵੀ ਦੇਣਾ ਹੋਊਗਾ, ਪੀਟੈਟ ਵੀ ਦੇਣਾ ਹੋਊਗਾ, ਉਹਦੇ ਵਿੱਚ ਇਸ ਤੇ ਕੁਐਸਚਨ ਬਣਦਾ ਹੀ ਬਣਦਾ। ਮੇਰਾ ਇਹ ਕਰਾਉਣ ਦਾ ਇੱਕ ਮੇਨ ਮਕਸਦ ਇਹ ਵੀ ਸੀ, ਕਿਉਂਕਿ ਆਪਾਂ ਸੀਟੈਟ ਦੀ ਕੋਚਿੰਗ ਵੀ ਹੈ ਜਿਹੜੀ ਨਾਲ ਚੈਨਲ ਤੇ ਸ਼ੁਰੂ ਕੀਤੀ ਹੋਈ ਹੈਗੀ, ਸਾਈਕੋਲੋਜੀ ਦੀਆਂ ਕਲਾਸਿਸ ਸਟਾਰਟ ਕੀਤੀਆਂ ਹੋਈਆਂ ਨੇਗੀਆਂ। ਤਾਂ ਇਹ ਇੱਕ ਇੰਪੋਰਟੈਂਟ ਟੌਪਿਕ ਹੈ। ਜਿਵੇਂ ਮਾਈਕਰੋ ਟੀਚਿੰਗ ਦਾ ਕਨਸੈਪਟ ਕਿਹਨੇ ਦਿੱਤਾ, ਮਾਈਕਰੋ ਟੀਚਿੰਗ 'ਚ ਕਿਹੜੇ ਸਕਿੱਲਸ ਆ ਜਾਂਦੀਆਂ ਨੇ, ਮਾਈਕਰੋ ਟੀਚਿੰਗ ਦਾ ਸਾਈਕਲ ਕੀ ਹੈਗਾ, ਹਨਾ। ਤਾਂ ਇਹ ਇੰਪੋਰਟੈਂਟ ਹੈਗਾ, ਉਸ ਪੁਆਇੰਟ ਆਫ ਵਿਊ ਤੋਂ ਵੀ ਇਹ ਜਿਹੜਾ ਟੌਪਿਕ ਹੈ ਇੰਪੋਰਟੈਂਟ ਹੈ। ਠੀਕ ਹੈ, ਨੈਕਸਟ ਆ ਗਿਆ ਹੁਣ ਆਪਣੇ ਟੀਚਿੰਗ ਸਕਿੱਲਸ ਆਪਾਂ ਦੇਖ ਹੀ ਲਿਆ। ਪਹਿਲੀ ਟੀਚਿੰਗ ਸਕਿੱਲ ਆ ਗਈ ਬੇਟਾ ਇੰਟਰੋਡਕਸ਼ਨ ਸਕਿੱਲ। ਇੰਟਰੋਡਕਸ਼ਨ ਦਾ ਮਤਲਬ ਇੱਥੇ ਖੁਦ ਦੀ ਇੰਟਰੋਡਕਸ਼ਨ ਨਹੀਂ ਹੈਗੀ, ਜੋ ਤੁਸੀਂ ਪੜ੍ਹਾਉਣਾ ਹੈ ਉਸ ਚੀਜ਼ ਦੀ ਇੰਟਰੋਡਕਸ਼ਨ ਹੈਗੀ। ਉਹਦੇ ਲਈ ਕੀ ਜ਼ਰੂਰੀ ਹੈ, ਸਪੋਜ਼ ਤੁਸੀਂ ਕੋਈ ਵੀ ਟੌਪਿਕ ਸਟਾਰਟ ਕਰਨਾ ਹੈਗਾ ਤਾਂ ਤੁਸੀਂ ਪਹਿਲਾਂ ਬੱਚਿਆਂ ਦੀ ਪ੍ਰੀਵੀਅਸ ਨੌਲੇਜ ਚੈੱਕ ਕਰੋਗੇ ਕਿ ਉਸ ਪੁਆਇੰਟ ਬਾਰੇ ਬੱਚਿਆਂ ਨੂੰ ਹੋਰ ਕਿੰਨੀ ਕੁ ਗੱਲ ਪਤਾ ਹੈ, ਕਿੱਥੋਂ ਤੱਕ ਉਹਨਾਂ ਨੂੰ ਆਈਡੀਆ। ਉਹ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ, ਕੁਐਸਚਨਿੰਗ ਨਾਲ ਕਰ ਸਕਦੇ ਹੋ, ਕੋਈ ਸਟੋਰੀ ਸੁਣਾ ਕੇ ਕਰ ਸਕਦੇ ਹੋ, ਕੋਈ ਪੀਪੀਟੀ ਦਿਖਾ ਕੇ ਕਰ ਸਕਦੇ ਹੋ, ਕੋਈ ਫਲੈਸ਼ ਕਾਰਡਸ ਸ਼ੋ ਕਰਕੇ ਉਹਨਾਂ ਦੀ ਨੌਲੇਜ ਹੈ ਜਿਹੜੀ ਤੁਸੀਂ ਜੱਜ ਕਰ ਸਕਦੇ ਹੋਗੇ, ਹੈ ਨਾ। ਤਾਂ ਮਤਲਬ ਜੱਜ ਦਾ ਪ੍ਰੈਜੈਂਟ ਸਟੇਟ ਆਫ ਨੌਲੇਜ, ਜੇ ਉਹਨਾਂ ਦੇ ਇਸ ਟਾਈਮ ਤੋਂ ਉਹਨਾਂ ਕੋਲ ਕਿੰਨੀ ਕੁ ਨੌਲੇਜ ਉਹ ਚੀਜ਼ ਜੱਜ ਕਰਨੀ। ਲਿੰਕ ਬਿਟਵੀਨ ਇੰਟਰੋਡਕਸ਼ਨ ਐਂਡ ਮੇਨ ਪੁਆਇੰਟਸ, attract attention at the start of the lesson। ਬੇਟਾ ਇੰਟਰੋਡਕਸ਼ਨ ਸਕਿੱਲ ਸਭ ਤੋਂ ਜ਼ਰੂਰੀ ਹੈ, ਜੋ ਹਰ ਇੱਕ ਟੀਚਰ 'ਚ ਹੋਣੀ ਚਾਹੀਦੀ ਹੈ, ਕਿ ਤੁਸੀਂ ਜਾ ਕੇ ਇੰਟਰੋਡਿਊਸ ਕਿਵੇਂ ਕਰਦੇ ਹੋ ਕਿ ਅੱਜ ਆਪਾਂ ਕੀ ਪੜ੍ਹਨਾ ਹੈ। ਇੱਕ ਟੀਚਰ ਕਲਾਸ 'ਚ ਗਿਆ, ਉਹ ਜਾ ਕੇ ਕਹਿ ਰਿਹਾ ਕਿ ਅੱਜ ਆਪਾਂ ਸਾਇੰਸ ਦਾ ਜਿਹੜਾ ਕੀ ਹੈਗਾ ਨਿਊ ਟੌਪਿਕ ਪੜ੍ਹਨ ਜਾ ਰਹੇ ਹਾਂਗੇ, ਇੰਨਾ ਇੰਪੋਰਟੈਂਟ ਨਹੀਂ ਹੈਗਾ ਪਰ ਆਪਣੇ ਸਿਲੇਬਸ 'ਚ ਆਪਾਂ ਨੂੰ ਕਰਨਾ ਪਊ। ਇੱਕ ਤਾਂ ਟੀਚਰ ਇਹ ਕਹਿ ਰਿਹਾ, ਇੱਕ ਟੀਚਰ ਬੱਚਿਆਂ ਨੂੰ ਜਾ ਕੇ ਕਹਿ ਰਿਹਾ ਕਿ ਅੱਜ ਆਪਾਂ ਬਹੁਤ ਹੀ ਇੰਟਰਸਟਿੰਗ ਟੌਪਿਕ ਪੜ੍ਹਾਂਗੇ, ਹਨਾ, ਵੀ ਤੁਹਾਨੂੰ ਲਾਈਫ ਦੇ ਵਿੱਚ ਕੰਮ ਆਊਗਾ। ਬੱਚਿਆਂ ਨੂੰ ਮਤਲਬ ਅਟਰੈਕਟ ਕਰਨਾ, ਰਿਟੇਨ ਕਰਨਾ ਉਹਨਾਂ ਦੀ ਅਟੈਂਸ਼ਨ ਨੂੰ, ਉਹ ਹੋ ਗਈ ਇੰਟਰੋਡਕਸ਼ਨ ਸਕਿੱਲ। ਇਹ ਸਭ ਤੋਂ ਜ਼ਰੂਰੀ ਹੈ ਮੇਰੇ ਅਕੋਰਡਿੰਗ। ਜੇ ਤੁਸੀਂ ਬੱਚਿਆਂ ਦਾ ਧਿਆਨ ਸਟਾਰਟਿੰਗ 'ਚ ਹੀ ਕੈਪਚਰ ਕਰ ਲਿਆ ਤਾਂ ਉਹ ਪੂਰਾ ਲੈਕਚਰ ਤੁਹਾਨੂੰ ਸੁਣ ਸਕਦੇ ਆ, ਹਨਾ। ਇੱਥੇ ਬੇਸਿਕਲੀ ਇੰਟਰੋਡਕਸ਼ਨ ਸਕਿੱਲ ਜੋ ਤੁਹਾਡੇ ਪੁਆਇੰਟ ਆਫ ਵਿਊ ਤੋਂ ਆਪਾਂ ਦੇਖੀਏ ਤਾਂ ਇਹ ਸਕੂਲ ਵਾਲੇ ਬੱਚਿਆਂ ਨੂੰ ਆਪਾਂ ਉਹਨਾਂ ਨੂੰ ਕਿਵੇਂ ਆਪਾਂ ਅਟੈਂਟਿਵ ਕਰ ਸਕਦੇ ਹਾਂ, ਉਸ ਚੀਜ਼ ਦੀ ਗੱਲ ਹੋ ਰਹੀ ਹੈ। ਨੋ ਡਾਊਟ ਇਹ ਕਾਲਜਿਸ 'ਚ ਵੀ ਕੰਮ ਆਉਂਦੀ ਹੈਗੀ, ਬਟ ਫਿਲਹਾਲ ਬੀਐਡ ਦੇ ਵਿੱਚ ਜਿਹੜੀ ਤੁਹਾਡੀ ਟੀਪੀ ਲੱਗਣੀ ਉਹ ਸਕੂਲਾਂ 'ਚ ਲੱਗਣੀ ਹੈ, ਹਨਾ। ਤਾਂ ਉਸ ਪੁਆਇੰਟ ਆਫ ਵਿਊ ਤੋਂ ਪੜ੍ਹ ਰਹੇ ਹਾਂ। ਹੁਣ ਜਿਵੇਂ ਆਹ ਇੱਕ ਬੱਚੇ ਵੱਲੋਂ ਇੰਟਰੋਡਕਸ਼ਨ ਸਕਿੱਲ ਜਿਹੜੀ ਹੈਗੀ ਲਿਖੀ ਗਈ ਹੈਗੀ, ਇਹਦਾ ਤੁਹਾਨੂੰ ਮੈਂ ਦੱਸ ਦਿੰਦੀ ਕਿ ਇਹ 'ਚ ਕੰਪੋਨੈਂਟਸ ਦਾ ਕੀ ਰੋਲ ਹੁੰਦਾ ਹੈਗਾ। ਜਿਹੜੇ ਆ ਇੱਧਰਲੇ ਪੇਜ ਤੇ ਕੰਪੋਨੈਂਟਸ ਦਿੱਤੇ ਹੋਏ ਨੇਗੇ, ਜਿਵੇਂ ਯੂਜ਼ ਆਫ ਪ੍ਰੀਵੀਅਸ ਨੌਲੇਜ, ਇੰਟਰਲਿੰਕਡ ਕੁਐਸਚਨ, ਸਿੰਪਲ ਐਂਡ ਕਲੀਅਰ ਫੋਕਸਡ। ਇਹ ਕੀ ਨੇਗੇ, ਇਹ ਡਿਜ਼ਾਇਰੇਬਲ ਬਿਹੇਵੀਅਰ ਹੈ। ਇਹ ਟੀਚਰ ਤੁਹਾਨੂੰ ਰੇਟ ਕਰੂਗਾ। ਜਿਵੇਂ ਯੂਜ਼ ਆਫ ਪ੍ਰੀਵੀਅਸ ਨੌਲੇਜ, ਕਿ ਤੁਸੀਂ ਪਿਛਲੀ ਚੀਜ਼ ਨੂੰ ਨਾਲ ਲੈ ਕੇ ਚੱਲੇ ਹੋ ਜਾਂ ਨਹੀਂ ਚੱਲੇ ਹੋਗੇ। ਇੰਟਰਲਿੰਕਡ ਕੁਐਸਚਨ, ਪਹਿਲਾ ਕੁਐਸਚਨ ਦੂਜੇ ਨਾਲ ਰਿਲੇਟਡ ਹੈਗਾ ਸੀ ਕਿ ਨਹੀਂ ਹੈਗਾ ਸੀ। ਸਿੰਪਲ, ਕਲੀਅਰ ਐਂਡ ਫੋਕਸਡ, ਕਨਫਿਊਜ਼ਿੰਗ ਨਹੀਂ ਹੋਣੇ ਚਾਹੀਦੇ, ਕਲੀਅਰ ਕੱਟ ਸਟੇਟਮੈਂਟ ਹੋਣੀ ਚਾਹੀਦੀ ਹੈ। ਪ੍ਰੋਪਰ ਯੂਜ਼ ਆਫ ਟੈਕਨੀਕ, ਇੱਕ ਪ੍ਰੋਪਰ ਟੈਕਨੀਕ ਦਾ ਯੂਜ਼ ਕੀਤਾ ਕਿ ਨਹੀਂ ਕੀਤਾ, ਤੁਸੀਂ ਇੰਟਰਸਟ ਕ੍ਰੀਏਟ ਕੀਤਾ ਕਿ ਨਹੀਂ ਕੀਤਾ, ਸਟੂਡੈਂਟ ਕਿੰਨੇ ਕੁ ਇਨਵੋਲਵ ਸੀ, ਤੁਹਾਡੀ ਆਵਾਜ਼ ਕਿੰਨੀ ਔਡੀਬਲ ਸੀਗੀ, ਸਾਰਿਆਂ ਨੂੰ ਸੁਣ ਰਹੀ ਸੀ, ਤੇ ਕਿੰਨੇ ਟਾਈਮ ਦੀ ਤੁਹਾਡੀ ਇੰਟਰੋਡਕਸ਼ਨ ਸੀ। ਇਹ ਨਾ ਡਿਜ਼ਾਇਰੇਬਲ ਬਿਹੇਵੀਅਰ ਆ ਗਏ। ਅਨਡਿਜ਼ਾਇਰੇਬਲ ਬਿਹੇਵੀਅਰ 'ਚ ਰੇਟਿੰਗ ਓਪੋਜ਼ਿਟ ਹੁੰਦੀ ਹੈ। ਦੇਖ, ਜਿਹੜਾ ਡਿਜ਼ਾਇਰੇਬਲ ਬਿਹੇਵੀਅਰ ਹੈ ਉਹ 'ਚ ਐਕਸੀਲੈਂਟ 5 ਤੇ ਤੁਸੀਂ ਟਿਕ ਕਰ ਲਓ। ਅਨਡਿਜ਼ਾਇਰੇਬਲ ਬਿਹੇਵੀਅਰ ਲੈਕ ਆਫ ਕੰਟੀਨਿਊਟੀ, ਉਹ ਆਪਾਂ 2 ਤੇ ਕਲਿੱਕ ਕੀਤਾ, ਹਨਾ। ਮਤਲਬ ਬੱਚੇ ਦੀ ਕੰਟੀਨਿਊਟੀ ਵਧੀਆ ਸੀਗੀ, ਹਨਾ। ਐਕਸੈਸਿਵ ਵਰਬਲਿਜ਼ਮ, ਇਰੈਲੀਵੈਂਟ ਔਨ ਵਰਬਲ ਬਿਹੇਵੀਅਰ, ਇਹ ਸਾਰੇ ਮਤਲਬ ਜਿਹੜਾ ਤੁਹਾਨੂੰ ਓਬਜ਼ਰਵ ਕਰ ਰਿਹਾ ਹੋਊਗਾ ਤੁਹਾਡਾ ਟੀਚਰ ਹੋਊਗਾ ਜਿਹੜਾ, ਉਹ ਦਊਗਾ ਇੰਟਰੋਡਕਸ਼ਨ ਸਕਿੱਲ। ਠੀਕ ਹੈ, ਜਿਵੇਂ ਆ ਬੱਚੇ ਨੇ ਦਿੱਤਾ ਹੋਇਆ ਹੈਗਾ, ਜਿਵੇਂ ਇਹਦਾ ਸਾਇੰਸ ਦਾ ਟੌਪਿਕ ਹੈ ਬੱਚੇ ਦਾ, ਇਨ ਵਿਚ ਡਾਇਰੈਕਸ਼ਨ ਸਨ ਰਾਈਜ਼ ਐਂਡ ਸੈਟ। ਬੱਚੇ ਆਂਸਰ ਦੇਣਗੇ ਉਸ ਚੀਜ਼ ਦਾ। ਵਟ ਆਰ ਅਦਰ 2 ਡਾਇਰੈਕਸ਼ਨਸ, ਤਾਂ ਉਸੇ ਚੋਂ ਹੀ ਉਹਨੇ ਹੋਰ ਆਂਸਰ ਕੁਐਸਚਨ ਕੱਢ ਲਿਆ ਕਿ ਕਿਹੜੀਆਂ 4 ਡਾਇਰੈਕਸ਼ਨਸ ਹੁੰਦੀਆਂ ਨੇ। ਫਿਰ ਉਹਨੇ ਪੁੱਛਿਆ ਕਿ ਕਿਹੜੀ ਥਿੰਗ ਹੈ ਜਿਹੜੀ ਆਪਾਂ ਨੂੰ ਡਾਇਰੈਕਟ ਕਰਦੀ ਹੈ ਸਾਊਥ ਨਾਰਥ ਪੋਲ ਵੱਲ ਫ੍ਰੀਲੀ, ਤਾਂ ਮੈਗਨੇਟ।
what happens if we put some nails around the magnet ਉਹਨਾਂ ਨੂੰ attract ਕਰੂਗੀ। what do you know about magnet? no response। मतलब इथों पता लग रहा है कि टीचर किस चीज बारे पढ़ाना चाह रहे हैं, मैगनेट बारे पढ़ाना चाह रहे हैं। ठीक है, एक एग्जांपल है इंट्रोडक्शन स्किल दी। सिमिलरली आ गया स्किल ऑफ एक्सप्लेनेशन। नेक्स्ट, एक्सप्लेन करना, इलैबोरेट करना, इलस्ट्रेशंस ਨੂੰ यूज करना, ज्यादा तो ज्यादा एग्जांपल्स ਨੂੰ यूज करना। ਕੋਗਨੀਟਿਵ ਲਿੰਕਸ ਜਿਹੜੇ ਤੁਹਾਡੇ ਦਿਮਾਗ ਨਾਲ ਰਿਲੇਟਡ ਹੋਣੇ ਚਾਹੀਦੇ ਆਗੇ। मीनिंगफुल रैपीटिशन, इदा नहीं है कि जो टीचर बार बार कोई गल रिपीट कर रहा है तो वो मीनिंगफुल होनी चाहिए है, रिटेंटिव होनी चाहिए है, बच्चों का ध्यान आकर्षित करने वाली होनी चाहिए है। कंपेयर एंड कंट्रास्ट ये स्किल ऑफ एक्सप्लेनेशन जरूरी है कि जो तुसी दो चीज़ों बारे कुछ भी एक्सप्लेन कर रहे हो तो वो किसी चीज़ नाल कंपेयर करके जो उहदे नालों वखरा करके दसना तो बैटर हुंदा है ना। ਇਹਦੇ ਵਿੱਚ ਵੀ ਸੇਮ ਹੈ ਬੇਟਾ, ਇਹਦੇ ਵਿੱਚ ਵੀ ਜਿਹੜੇ ਕੰਪੋਨੈਂਟਸ ਆ ਜਾਂਦੇ ਜਿਵੇਂ ਇੰਟਰੋਡਕਟਰੀ ਸਟੇਟਮੈਂਟ ਕਿਵੇਂ ਸੀ, ਤੁਹਾਡਾ ਏਮ ਕਲੀਅਰ ਸੀ। ਐਕਸਪਲੇਨਿੰਗ ਲਿੰਕਸ ਦੇ ਵਿੱਚ ਆ ਜਾਂਦੇ ਨੇਗੇ ਜਿਹੜੇ ਤੁਸੀਂ ਵਰਬਸ ਯੂਜ਼ ਕਰਦੇ ਹੋਗੇ ਹਨਾ। ਬੇਸਿਕਲੀ ਡਿਫਾਈਨਡ ਟੈਕਨੀਕਲ ਵਰਡਸ, ਜੇ ਕੋਈ ਟੈਕਨੀਕਲ ਵਰਡ ਆਇਆ ਸਟੋਰੀ ਪੜ੍ਹਾਉਣ ਦੇ ਸਮੇਂ ਜਾਂ ਤੁਸੀਂ ਕੁਛ ਹਿਸਟਰੀ ਦਾ ਐਕਸਪਲੇਨ ਕਰ ਰਹੇ ਹੋ, ਕੁਛ ਵੀ ਐਕਸਪਲੇਨ ਕਰ ਰਹੇ ਹੋ, ਤੁਸੀਂ ਕਿੰਨਾ ਕੁ मतलब एक्सप्लेन किया है ना। एडिकुएट स्पीड, थोड़ी स्पीड की सी, इदा नहीं सी कि तुसीं कल्ले बोलदी जा रहे होगे, बच्चों वाल कोई ध्यान ही नहीं दे रहे है ना। कंक्लूडिंग स्टेटमेंट किदां दी सी, इदां ही तुहाडा अनडिजायरेबल बिहेवियर आ गया इहदे च आ। नैक्सट आ गई स्किल ऑफ प्रोबिंग क्वेश्चनस। प्रोबिंग क्वेश्चनस मीनस प्रॉम्प्ट करना, बच्चों नूं उत्सुक करना कि तुसीं क्वेश्चन चों क्वेश्चन रेज करना, जे आपां सिंपल जी गल करिए है ना। बच्चे दी अटैंशन नूं सीख करना, उन्होंने रीफोकस करना, रीडायरैक्ट करना, इस स्किल ऑफ प्रोबिंग क्वेश्चन आ जाती है। आप एक एग्जाम्पल देख लैंदे आ जिवें एनर्जी टॉपिक है टीचर का, एक गल जिहड़ी स्किल ऑफ इंट्रोडक्शन हुंदी है ना बेटा, ਉਹਦੇ 'ਚ ਕਦੇ ਵੀ ਤੁਸੀਂ ਜਿਹੜਾ ਟੌਪਿਕ ਆ ਉਹ ਜਾਂਦੀ ਸਾਰ ਬਲੈਕ ਬੋਰਡ ਤੇ ਨਹੀਂ ਲਿਖੋਗੇ। ਉਹ 'ਚ ਤੁਸੀਂ ਪਹਿਲਾਂ ਬੱਚਿਆਂ ਦੀ ਨੌਲੇਜ ਪ੍ਰੀਵੀਅਸ ਟੈਸਟ ਕਰੋਗੇ, ਫਿਰ ਤੁਸੀਂ ਟੌਪਿਕ ਲਿਖੋਗੇ। ਠੀਕ ਹੈ, ਹੁਣ ਇਹ 'ਚ ਆ ਗਿਆ ਜਿਵੇਂ ਪੀਪਲ ਟੀਚਰ ਵਿਲ ਆਸਕ what is energy, बच्चों ने आंसर देता। पीपल टीचर will ask what is the unit of energy, उसी तो क्वेश्चन निकले है। how many types of energy sources are there, people will ask what are renewable sources, what are non renewable sources। मतलब क्वेश्चन चो क्वेश्चन कट के आ रहा है टीचर जो है ना। मतलब वो क्वेश्चन ने सिंपल होने चाहिए, क्लीयर ते कंसाइज होने चाहिए, ग्रामेटिकली करैक्ट होने चाहिए ने, रैलीवेंट होने चाहिए ने। ये सारे मतलब कंपोनेंट्स आ गए जिते तुहानूं रेट किया जाऊगा कि तुसीं किदां दा पढ़ा रहे होंगे। ठीक है, ते जैस नो दे क्वेश्चंस हैगे जिहड़े मतलब तुसीं पुछया डू यू नो अबाउट मैगनेट, बच्चे कह देण यस। डू यू नो अबाउट फलानी चीज़, बच्चे कह देण नो। यस नो वाले क्वेश्चंस नहीं होने चाहिए, वो मिनिमम होने चाहिए, आपां ये कह सकते हैं मैक्सीमम नहीं होने चाहिए। ठीक है, ते रैपीटिशन नहीं होनी चाहिए। नैक्सट आ गया बेटा स्किल ऑफ स्टिमुलस वेरीएशन। स्टिमुलस वेरीएशनस दे विच बेसिकली आ जांदे आ तुहाडे जैस्चर्स, टीचर्स दी मूवमेंट, स्टूडेंट्स दी मूवमेंट, स्टूडेंट किद्दां बोल रहा है, टीचर किद्दां बोल रहा है, तुसीं किद्दां दी स्विचिंग कर रहे हो, ऑडियो विजुअल स्विचिंग किद्दां कर रहे हो, वॉइस मॉड्यूलेशन की है, तुहाडी पिच है वो अकॉर्डिंग टू योर कंटेंट कई दे लो हो रही है, कदे स्लो हो रही है ना। जे तुसीं कोई स्टोरी सुना रहे हो सपोज उहदे विच कुछ सरप्राइजिंग आया तो उत्थे तुहाडी आवाज़ किद्दां दी है, जदों तुसीं कुछ सीरीयस बोल रहे हो, जो तुसीं कुछ हाँ फनी बोल रहे हो, तो तुसीं हस के दस रहे हो गल नूं, ये ने स्टिमुलस वेरीएशन। मतलब तुहाडे हाव भाव तो रिएक्ट बच्चे नूं पता लग जाए कि तुसीं किस तरह का जैस्चर दे रहे हो, किस फीलिंग नाल तुसीं वो गल नूं दस रहे हो। ठीक है, ਇਹਦੇ ਵਿੱਚ ਵੀ ਜਿਵੇਂ ਜਿਹੜੇ ਆਪਣੇ ਕੰਪੋਨੈਂਟਸ ਆ ਜਾਂਦੇ ਜਿਵੇਂ ਮੂਵਮੈਂਟ ਇਨ ਕਲਾਸ, ਹਮੇਸ਼ਾ ਤੁਸੀਂ ਯਾਦ ਰੱਖਿਓ ਸਕਿੱਲ ਆਫ ਸਟਿਮੂਲਸ ਵੇਰੀਏਸ਼ਨ ਲਈ ਮੂਵਮੈਂਟ ਬਹੁਤ ਜ਼ਰੂਰੀ ਹੈ। ਕਲਾਸ ਦੇ ਵਿੱਚ ਐਕਟਿਵਨੈਸ ਆਉਂਦੀ ਹੈ ਉਸ ਚੀਜ਼ ਨਾਲ। ਇਫੈਕਟਿਵ ਜੈਸਚਰਸ, ਤੁਹਾਡੇ ਜੈਸਚਰਸ मतलब प्रॉपर होने चाहिए ने। चेंज इन वॉइस, जिवें मैं तुहानूं इदां कहा कि जिवें जदों कोई बहुत इंपॉर्टेंट गल आ गई तो तुसीं उस गल नूं स्ट्रैस पा के कह रहे हो, जदों कोई गल नॉर्मल है वो तुसीं नॉर्मली दस रहे हो। ठीक है, वर्बल फोकस ऑन पॉइंट, वर्बली फोकस करना, बोल के फोकस करना उस पॉइंट ते। इंटरैक्शन विद द स्टूडेंट, जिवें मैं इस पॉइंट नूं वर्बली फोकस किया कि स्टूडेंट्स की इंटरैक्शन बहुत जरूरी है। इंटरैक्शन फ्रॉम ओरल टू विजुअल, फिजिकल इन्वॉल्वमेंट ऑफ स्टूडेंट्स। ठीक है, ये सीगी अपनी स्टिमुलस वेरिएशन वाली स्किल आ जाती है जी। नैक्सट आ गया स्किल ऑफ यूजिंग टीचिंग एड्स। टीचिंग एड्स बेटा तुसीं नाम सुन लिया होगा, बीएड दे विच बहुत वारी है ना, जिहड़े तुसीं मॉडल्स बनाउने हो, फ्लैश कार्ड्स बनाउने हो, चार्ट बनाउने हो,
ਪੀਪੀਟੀਜ਼ ਬਣਾਉਣੇ ਹੋਗੇ ਹੈ ਨਾ, ਉਹ ਟੀਚਿੰਗ ਏਡਸ ਦੇ ਵਿੱਚ ਆਉਣੇ ਚਾਹੀਦੇ ਨੇ। ਟੀਚਿੰਗ ਏਡਸ ਕਿੱਦਾਂ ਦੀ ਹੋਣੀ ਚਾਹੀਦੀ ਹੈ? ਸਿੰਪਲ ਹੋਣੀ ਚਾਹੀਦੀ ਆ, ਐਪਰੋਪਰੀਏਟ ਹੋਣੀ ਚਾਹੀਦੀ ਆ, ਇੰਟਰਸਟਿੰਗ ਹੋਣੀ ਚਾਹੀਦੀ ਆ, ਪ੍ਰੈਜੈਂਟੇਬਲ ਹੋਣੀ ਚਾਹੀਦੀ ਆ, ਸਟੂਡੈਂਟਸ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਉਹਦੇ ਵਿੱਚ। ਠੀਕ ਹੈ, ਇੱਦਾਂ ਦੀ ਹੋਣੀ ਚਾਹੀਦੀ ਕਿ ਉਹ ਜਿਵੇਂ ਤੁਸੀਂ ਵੀ ਕੋਈ ਐਵੇਂ ਦੀ ਟੀਚਿੰਗ ਏਡ ਲੈ ਆਏ ਜੋ ਤੁਹਾਨੂੰ ਖੁਦ ਹੀ ਨੂੰ ਕਨਫਿਊਜ਼ ਕਰੀ ਜਾ ਰਹੀ ਆ, ਤਾਂ ਬੱਚੇ ਤਾਂ ਕਨਫਿਊਜ਼ ਹੋਣਗੇ ਉਸ ਚੀਜ਼ ਦੇ ਵਿੱਚ, ਹੈ ਨਾ। ਤਾਂ ਮਤਲਬ ਨੋਰਮਲ ਹੋਣੀ ਚਾਹੀਦੀ ਹੈ। ਜਿਵੇਂ ਆ ਬੱਚੇ ਨੇ ਇੱਥੇ ਸਕਿੱਲ ਪ੍ਰੈਜੈਂਟ ਕੀਤੀ ਹੋਈ ਹੈ, ਤੇ ਇਹਦੇ 'ਚ ਤੁਹਾਨੂੰ ਟੀਚਿੰਗ ਏਡ ਨੂੰ ਲੈ ਕੇ ਤੁਹਾਨੂੰ ਜਿਹੜੇ ਕੀ ਨੇ ਰਿਮਾਰਕਸ ਦਿੱਤੇ ਜਾਣਗੇ, ਜਿਵੇਂ ਤੁਹਾਡੀ ਟੀਚਿੰਗ ਏਡ ਪ੍ਰੋਪਰਲੀ ਕਵਰ ਸੀ। ਇੱਦਾਂ ਨਹੀਂ ਕਿ ਤੁਸੀਂ ਸਪੋਜ਼ ਮਾਡਲ ਬਣਾ ਕੇ ਲੈ ਗਏ ਤੇ ਜਾਂਦੀ ਸਰ ਕਲਾਸ ਟੇਬਲ ਤੇ ਰੱਖਤਾ ਤੇ ਤੁਸੀਂ ਪੜ੍ਹਾਉਣਾ ਸ਼ੁਰੂ ਕਰਤਾ, ਤਾਂ ਬੱਚੇ ਤਾਂ ਮਾਡਲ ਹੀ ਦੇਖ ਰਹੇ ਹੋਣਗੇ ਨਾ, ਬੱਚੇ ਤੁਹਾਨੂੰ ਥੋੜੀ ਨਾ ਸੁਣਨਗੇ, ਇਸ ਲਈ ਉਹ ਕਵਰ ਹੋਣਾ ਚਾਹੀਦਾ ਹੈਗਾ। ਟੀਚਿੰਗ ਏਡ ਵਾਸ ਵਿਜ਼ੀਬਲ ਹੋਣੀ ਚਾਹੀਦੀ ਹੈ ਪ੍ਰੋਪਰ, ਜਿਹੜੀ ਐਕਟਿਵ ਪਾਰਟਿਸਿਪੇਸ਼ਨ ਆਫ ਪਿਊਪਲਸ ਦੀ ਪੂਰੀ ਪ੍ਰੋਪਰ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈਗੀ। ਸਾਈਜ਼ ਆਫ ਟੀਚਿੰਗ ਏਡ ਵਾਸ ਪ੍ਰੋਪਰ ਹੋਣਾ ਚਾਹੀਦਾ ਹੈ। ਇਫੈਕਟਿਵ ਯੂਜ਼ ਆਫ ਪੁਆਇੰਟਰ ਹੋਣਾ ਚਾਹੀਦਾ ਹੈ। ਟੀਚਿੰਗ ਏਡ ਵਾਸ ਰੈਲੀਵੈਂਟ ਹੋਣੀ ਚਾਹੀਦੀ ਹੈ, ਵੈਲ ਪ੍ਰੈਜੈਂਟਡ ਹੋਣੀ ਚਾਹੀਦੀ ਹੈ। ਹੋ ਸਕੇ ਤਾਂ ਟੈਕਨੋਲੋਜੀ ਦਾ ਯੂਜ਼ ਹੋਣਾ ਚਾਹੀਦਾ, ਉਹ 'ਚ ਵੀਡੀਓ, ਪ੍ਰੋਜੈਕਟਰ, ਫਿਲਮ ਜਾਂ ਸਟ੍ਰਿਪਸ ਵਗੈਰਾ ਦਾ। ਠੀਕ ਹੈ, ਜਿਵੇਂ ਆ ਬੱਚੇ ਨੇ ਕਿਸੇ ਨੇ ਪੋਲਿਊਸ਼ਨ ਤੇ ਬਣਾਈ ਹੋਈ ਹੈਗੀ, ਏਅਰ ਪੋਲਿਊਸ਼ਨ ਤੇ ਉਹਨਾਂ ਇੱਕ ਮਾਡਲ ਤਿਆਰ ਕੀਤਾ ਹੈਗਾ, ਹਨਾ, ਉਹਨੂੰ ਪ੍ਰੋਪਰਲੀ ਪ੍ਰੈਜੈਂਟ ਕਰਨਾ। ਟੀਚਰ ਵਿਲ ਸ਼ੋ ਦਾ ਟੀਚਿੰਗ ਏਡ, ਹਨਾ, ਤੇ ਉਸ ਚੀਜ਼ ਨਾਲ ਰਿਲੇਟਡ ਫਿਰ ਕੁਐਸਚਨਸ ਪੁੱਛਣੇ। ਇਹ ਕੀ ਆ ਜਾਂਦੀ ਹੈ? ਟੀਚਿੰਗ ਏਡ ਸਕਿੱਲ ਆ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਆਪਣੀ ਰਹਿ ਗਈ, ਇੱਕ ਰਹਿ ਗਈ ਰੀਇਨਫੋਰਸਮੈਂਟ ਸਕਿੱਲ। ਰੀਇਨਫੋਰਸਮੈਂਟ ਦਾ ਕੀ ਮੀਨਿੰਗ ਹੈ ਬੇਟਾ? ਰੀਇਨਫੋਰਸਮੈਂਟ ਮਤਲਬ ਕਿਸੇ ਨੂੰ ਪੁਸ਼ ਕਰਨਾ, ਪੁਸ਼ਅਪ ਕਰਨਾ, ਕਿ ਜਿਵੇਂ ਮੰਨ ਲਓ ਤੁਸੀਂ ਬੱਚੇ ਨੂੰ ਕੁਛ ਕੁਐਸਚਨ ਪੁੱਛਿਆ ਤੇ ਉਹਨੇ ਆਨਸਰ ਦਿੱਤਾ, ਬਟ ਉਹ ਐਗਜ਼ੈਕਟ ਨਹੀਂ ਸੀ, ਤਾਂ ਤੁਸੀਂ ਉਹਨੂੰ ਕਹਿ ਸਕਦੇ ਹੋ ਵੈਰੀ ਗੁੱਡ ਬੇਟਾ, ਤੁਸੀਂ ਟਰਾਈ ਕੀਤਾ, ਬੇਸ਼ੱਕ ਤੁਸੀਂ ਸਹੀ ਆਨਸਰ ਨਹੀਂ ਦਿੱਤਾ, ਤੁਸੀਂ ਬਿਲਕੁਲ ਕਲੋਜ਼ ਸੀ ਸਹੀ ਆਨਸਰ ਦੇ, ਸਹੀ ਆਨਸਰ ਇਹ ਹੈ। ਤਾਂ ਉਸ ਚੀਜ਼ ਨਾਲ ਬੱਚਾ ਮੋਟੀਵੇਟ ਹੋਊਗਾ, ਉਹ ਨੈਕਸਟ ਕੁਐਸਚਨ ਦਾ ਆਨਸਰ ਵੀ ਤੁਹਾਨੂੰ ਕਰੂਗਾ ਨਾ। ਮਤਲਬ ਤੁਸੀਂ ਪ੍ਰੇਜ਼ ਵਰਡਸ ਯੂਜ਼ ਕਰਨੇ ਨੇਗੇ, ਜਿਵੇਂ ਗੁੱਡ, ਵੈਰੀ ਗੁੱਡ, ਯੂ ਕੈਨ ਡੂ ਇਟ, ਯੈਸ ਬੇਟਾ, ਲਾਈਕ ਦਿਸ, ਹੈ ਨਾ। ਅਸੈਪਟਿੰਗ ਸਟੂਡੈਂਟਸ ਰਿਸਪੌਂਸ, ਇਹ ਸਭ ਤੋਂ ਵੱਡੀ ਗੱਲ ਹੈ। ਜਿਵੇਂ ਕਲਾਸ ਦੇ ਵਿੱਚ ਤੁਸੀਂ ਖੜੇ ਹੋ, ਬੱਚੇ ਬੈਠੇ ਆ, ਤੁਸੀਂ ਕੁਐਸਚਨ ਪੁੱਛਿਆ, ਇੱਕ ਬੱਚੇ ਨੇ ਆਨਸਰ ਦਿੱਤਾ ਤੇ ਉਹਨੇ ਗਲਤ ਆਨਸਰ ਦਿੱਤਾ, ਤਾਂ ਅੱਗੋਂ ਟੀਚਰ ਦਾ ਰਿਐਕਸ਼ਨ ਇਹ ਨਹੀਂ ਹੋਣਾ ਚਾਹੀਦਾ ਕਿ ਬੈਠ ਜਾ, ਤੈਨੂੰ ਨਹੀਂ ਪਤਾ ਹੋ ਸਕਦਾ, ਤੈਨੂੰ ਕਿੱਥੋਂ ਆ ਜਾਊਗਾ ਇਹ ਗੱਲ, ਹਨਾ। ਨੋਟ ਲਾਈਕ ਦੈਟ। ਤੁਸੀਂ ਕਹਿਣਾ ਵੀ ਕੋਈ ਗੱਲ ਨਹੀਂ, ਤੁਸੀਂ ਟਰਾਈ ਕੀਤਾ, ਵੈਰੀ ਗੁੱਡ ਬੇਟਾ, ਨੈਕਸਟ ਟਾਈਮ ਤੁਸੀਂ ਸਹੀ ਆਨਸਰ ਦੇਣਾ, ਘਰੋਂ ਪੜ੍ਹ ਕੇ ਆਉਣਾ। ਮਤਲਬ ਏਦਾਂ ਬੱਚੇ ਨੂੰ ਮਤਲਬ ਮੋਟੀਵੇਟ ਕਰਨਾ, ਨਾ ਕਿ ਉਹਨੂੰ ਡੀਮੋਟੀਵੇਟ ਕਰਨਾ। ਠੀਕ ਹੈ, ਤੇ ਸਟੂਡੈਂਟਸ ਦੇ ਰਿਸਪੌਂਸਿਸ ਨੂੰ ਲਿਖਣਾ ਬਲੈਕ ਬੋਰਡ ਤੇ, ਕਿ ਉਹਨੇ ਕੀ ਰਿਸਪੌਂਸ ਦਿੱਤਾ। ਮੰਨ ਲਓ ਕਿਸੇ ਬੱਚੇ ਨੇ ਸਹੀ ਆਨਸਰ ਦਿੱਤਾ, ਤੁਸੀਂ ਨਾਲ ਦੀ ਨਾਲ ਉਹ ਆਨਸਰ ਬਲੈਕ ਬੋਰਡ ਤੇ ਲਿਖ ਦਿਓ। ਤਾਂ ਤੁਸੀਂ ਬੇਟਾ, ਉਹ ਤੁਸੀਂ ਐਜ਼ ਏ ਤੁਹਾਡੇ ਸਾਹਮਣੇ ਸਕੂਲ ਵਾਲੇ ਬੱਚੇ ਬੈਠੇ, ਤਾਂ ਤੁਸੀਂ ਉਹ ਸੋਚੋ ਕਿ ਉਹ ਬੱਚੇ ਨੂੰ ਕਿੰਨਾ ਪ੍ਰਾਊਡ ਫੀਲ ਹੋਊਗਾ ਕਿ ਮੈਂ ਸਹੀ ਆਨਸਰ ਦਿੱਤਾ ਤੇ ਟੀਚਰ ਨੇ ਮੇਰਾ ਆਨਸਰ ਬਲੈਕ ਬੋਰਡ ਤੇ ਲਿਖਤਾ। ਠੀਕ ਹੈ, ਮਤਲਬ ਬੇਸਿਕਲੀ ਇਹ ਹੈ ਰੀਇਨਫੋਰਸਮੈਂਟ ਸਕਿੱਲ। ਠੀਕ ਹੈ, ਤੇ ਇਹ ਸੀਗੀਆਂ ਆਪਣੀਆਂ ਟੀਚਿੰਗ ਸਕਿੱਲਸ ਆ ਜਾਂਦੀਆਂ ਨੇਗੀਆਂ, ਜਿਹੜੀਆਂ ਮਾਈਕਰੋ ਟੀਚਿੰਗ ਦੇ ਵਿੱਚ ਆ ਜਾਂਦੀਆਂ ਨੇ। ਉਸ ਤੋਂ ਬਾਅਦ ਤੁਸੀਂ ਮੈਕਰੋ ਟੀਚਿੰਗ ਲਈ ਵੀ ਤੁਹਾਡੇ ਲੈਸਨ ਪਲਾਨਸ ਪ੍ਰੋਪਰ ਬਣਦੇ ਹੁੰਦੇ ਨੇ, ਕਿ ਉਹਦੇ ਤੇ ਆਪਾਂ ਇੱਕ ਅਲੱਗ ਤੋਂ ਕਲਾਸ ਲਗਾਵਾਂਗੇ। ਉਹਦੇ 'ਚ ਕੀ ਫਰਕ ਹੁੰਦਾ? ਬੇਸਿਕਲੀ ਮਾਈਕਰੋ ਟੀਚਿੰਗ ਤੇ ਇੱਕ ਟਾਈਮ ਤੇ ਤੁਸੀਂ ਇੱਕੋ ਹੀ ਸਕਿੱਲ ਪ੍ਰੈਜੈਂਟ ਕਰਨੀ ਹੁੰਦੀ ਹੈ ਕੰਟਰੋਲਡ ਸਿਚੁਏਸ਼ਨ ਦੇ ਵਿੱਚ। ਮੈਕਰੋ ਟੀਚਿੰਗ 'ਚ ਸਾਰੀਆਂ ਕੰਬਾਈਨ ਆ ਜਾਂਦੀਆਂ, ਉੱਥੇ ਤੁਸੀਂ ਸਟਾਰਟਿੰਗ 'ਚ ਇੰਟਰੋਡਕਸ਼ਨ ਯੂਜ਼ ਕਰੋਗੇ, ਵਿੱਚ ਕੁਐਸਚਨਿੰਗ ਵੀ ਕਰੋਗੇ, ਸਟਿਮੂਲਸ ਵੇਰੀਏਸ਼ਨ ਵੀ ਯੂਜ਼ ਕਰੋਗੇ, ਐਕਸਪਲੇਨੇਸ਼ਨ ਵੀ ਤੁਹਾਨੂੰ ਕਿਤੇ ਯੂਜ਼ ਕਰਨੀ ਪੈ ਸਕਦੀ ਹੈ। ਉਹਦੇ 'ਚ ਤੁਸੀਂ ਸੈਵਰਲ ਸਕਿੱਲਸ ਯੂਜ਼ ਕਰੋਗੇ। ਉਹ 5 to 10 ਮਿੰਟਸ ਹੁੰਦੀ ਆ। ਉਹ ਲੈਕਚਰ ਦਾ ਟਾਈਮ ਆਪਾਂ ਨੂੰ ਪਤਾ ਹੀ ਹੈ, 40 ਮਿੰਟਸ ਵੀ ਹੋ ਸਕਦਾ, 35 ਵੀ ਹੋ ਸਕਦਾ, 50 ਵੀ ਹੋ ਸਕਦਾ ਹੈ। ਠੀਕ ਹੈ, ਮਾਈਕਰੋ ਟੀਚਿੰਗ ਦੇ ਵਿੱਚ ਜਿਹੜਾ ਤੁਹਾਡਾ ਟੀਚਰ ਹੈਗਾ, ਉਹ ਤੁਹਾਨੂੰ ਇਮੀਡੀਏਟ ਫੀਡਬੈਕ ਪ੍ਰੋਵਾਈਡ ਕਰ ਦੂਗਾ। ਮੈਕਰੋ ਦੇ ਵਿੱਚ ਇਮੀਡੀਏਟ ਫੀਡਬੈਕ ਨਹੀਂ ਪ੍ਰੋਵਾਈਡ ਹੁੰਦੀ। ਠੀਕ ਹੈ, ਮਾਈਕਰੋ ਦੇ ਵਿੱਚ ਰੀਟੀਚਿੰਗ ਦੀ ਪ੍ਰੋਵੀਜ਼ਨ ਹੁੰਦੀ ਹੈ, ਕਿਉਂਕਿ ਇੱਕ ਪੂਰਾ ਸਾਈਕਲ ਹੁੰਦਾ ਹੈ। ਮੈਕਰੋ ਦੇ ਵਿੱਚ ਇੱਦਾਂ ਨਹੀਂ ਹੁੰਦਾ। ਠੀਕ ਹੈ, ਤੇ ਇਹਦੀਆਂ ਮੇਨ ਕਰੈਕਟਰਿਸਟਿਕਸ ਕੀ ਆਉਂਦੀਆਂ? ਰੀਅਲ ਟੀਚਿੰਗ ਸਿਚੁਏਸ਼ਨ ਹੋ ਜਾਂਦੀ ਹੈ, ਤੁਸੀਂ ਬਿਲਕੁਲ ਮਤਲਬ ਜਦੋਂ ਜਿਵੇਂ ਮਾਈਕਰੋ ਟੀਚਿੰਗ ਜਦੋਂ ਬੱਚੇ ਕਲਾਸ ਦੇ ਵਿੱਚ ਹੁੰਦੇ ਨੇ, ਤਾਂ ਤੁਸੀਂ ਇਹ ਫੀਲ ਕਰੋਗੇ ਕਿ ਤੁਸੀਂ ਬਿਲਕੁਲ ਆਪਣੇ ਆਪ ਨੂੰ ਐਜ਼ ਏ ਟੀਚਰ ਹੀ ਤੁਸੀਂ ਮੰਨੋਗੇ ਕਿ ਹਾਂ ਤੁਸੀਂ ਰੀਅਲ ਟੀਚਿੰਗ ਕਰ ਰਹੇ ਹੋ। ਠੀਕ ਹੈ, ਸਕੇਲ ਡਾਊਨ ਟੀਚਿੰਗ ਉਹੀ ਹੋਗੀ, ਹਰ ਇੱਕ ਚੀਜ਼ ਆਪਾਂ ਸਕੇਲ ਡਾਊਨ ਕਰ ਦਿੰਦੇ ਹਾਂ, ਟਾਈਮ ਵੀ, ਕੰਟੈਂਟ ਵੀ, ਸਟੂਡੈਂਟਸ ਵੀ। ਠੀਕ ਹੈ, ਇੰਡੀਵਿਜੂਅਲਾਈਜ਼ ਟੀਚਿੰਗ ਆ ਜਾਂਦੀ ਹੈਗੀ, ਮੋਰ ਕੰਟਰੋਲਡ ਆ ਜਾਂਦੀ ਹੈ, ਫੀਡਬੈਕ ਮੈਕੈਨਿਜ਼ਮ ਆ ਜਾਂਦਾ, ਫੀਡਬੈਕ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹਿੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਇਹਦੇ ਮੈਰਿਟਸ ਨੇਗੇ, ਡੀਮੈਰਿਟਸ ਨੇ ਬੇਟਾ, ਇਹ ਤੁਹਾਨੂੰ ਵੈਸੇ ਇਹਦੀ ਲੋੜ ਨਹੀਂ ਹੈਗੀ। ਮੈਰਿਟਸ ਉਹੀ ਹੋਗੀ ਕਿ ਤੁਹਾਡੀ ਇਕੱਲੀ ਸਕਿੱਲ ਤੇ ਕਮਾਂਡ ਹੋ ਜਾਂਦੀ ਹੈਗੀ, ਤੁਸੀਂ ਸੈਪਰੇਟਲੀ ਤੇ ਕਲੀਅਰਲੀ ਚੀਜ਼ਾਂ ਨੂੰ ਸਿੱਖ ਲੈਂਦੇ ਹੋਗੇ, ਤੁਹਾਨੂੰ ਇੱਕ ਇੰਡੀਵਿਜੂਅਲ ਅਟੈਂਸ਼ਨ ਮਿਲ ਜਾਂਦੀ ਹੈ ਕਲਾਸ ਦੇ ਵਿੱਚ ਟੀਚਰ ਵੱਲੋਂ, ਹੈ ਨਾ, ਇਮੀਡੀਏਟ ਫੀਡਬੈਕ ਮਿਲ ਜਾਂਦੀ ਹੈਗੀ। ਡੀਮੈਰਿਟਸ ਇਹ ਆਉਂਦੇ ਨੇ ਕਿ ਜਿਹੜੀ ਵੀਡੀਓ ਰਿਕਾਰਡਿੰਗ ਹੈ ਮਾਈਕਰੋ ਟੀਚਿੰਗ ਦੀ, ਉਹ ਇਫੈਕਟਿਵ ਤਾਂ ਹੈ ਬਟ ਕੋਸਟਲੀ ਹੁੰਦੀ ਹੈਗੀ। ਜਿਹੜਾ ਐਕਸਪਰਟ ਦਾ ਓਬਜ਼ਰਵਰ ਹੈ, ਉਹਦਾ ਟਾਈਮ ਆਲਮੋਸਟ ਫੀਡਬੈਕ 'ਚ ਹੀ ਚਲਾ ਜਾਂਦਾ, ਤੇ ਫੀਡਬੈਕ ਦੇਣੀ ਈਜ਼ੀ ਨਹੀਂ ਹੁੰਦੀ, ਹੈ ਨਾ। ਤੇ ਇਹਦੇ ਵਿੱਚ ਕੀ ਹੈ? ਇੰਟੀਗ੍ਰੇਸ਼ਨ ਆਫ ਸਕਿੱਲ
ਲਰਨਿੰਗ ਟੀਚਿੰਗ ਇਜ਼ ਨੋਟ ਈਜ਼ੀ। ਤੁਸੀਂ ਜਦੋਂ ਤੁਸੀਂ ਟੀਚ ਕਰਦੇ ਹੋ ਨਾ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਤੁਸੀਂ ਕਿਹੜੀ ਸਕਿੱਲ ਯੂਜ਼ ਕਰ ਰਹੇ ਹੋ, ਬਟ ਜਦੋਂ ਤੁਸੀਂ ਮਾਈਕਰੋ 'ਚ ਤਾਂ ਤੁਸੀਂ ਇੱਕ ਉਹਦੇ 'ਤੇ ਬਾਉਂਡ ਹੋ ਜਾਂਦੇ ਹੋ। ਇਹ ਥੋੜ੍ਹੀਆਂ ਜਿਹੀਆਂ ਡੀਮੈਰਿਟਸ ਨੇ, ਟਾਈਮ ਕੰਜ਼ਿਊਮਿੰਗ ਵੀ ਹੈ ਇਹ। ਹੋਪ ਸੋ ਤੁਹਾਨੂੰ ਬੇਟਾ ਸਮਝ ਆ ਗਈਆਂ ਹੋਣਗੀਆਂ। ਫਿਰ ਵੀ ਜੇ ਕਿਸੇ ਬੱਚੇ ਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋਗੇ। ਬਾਕੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਇੱਦਾਂ ਦੀਆਂ ਹੋਰ ਵੀਡੀਓਜ਼ ਦੇ ਲਈ। ਧੰਨਵਾਦ।